ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ 21 ਅਕਤੂਬਰ 2021 ਔਰ ਸਵੇਰੇ 9:45 ਤੇ ਭਾਰਤ ਨੇ ਇੱਕ ਕੋਵਿਡ ਵੈਕਸੀਨੇਸ਼ਨ ਦੇ ਵਿੱਚ ਮਾਈਲਸਟੋਨ ਅਚੀਵ ਕੀਤਾ। 100 ਕਰੋੜ ਵੈਕਸੀਨੇਸ਼ਨ ਜਿਹੜੀ ਅੱਜ ਕੀਤੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਖੁਦ ਬਾਹਰ ਨਿਕਲ ਕੇ ਦੇਸ਼ ਦੇ ਹੈਲਥ ਵਰਕਰਸ ਜਿਹੜੇ ਆ, ਡਾਕਟਰਸ ਹੈਗੇ, ਪੈਰਾ ਮੈਡੀਕਲ ਸਟਾਫ ਆ, ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਸ਼ਾਬਾਸ਼ੀ ਦਿੱਤੀ ਹੈ। ਸੋ ਕਿਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਬੜੇ ਸ਼ਾਰਟ ਸਪੈਨ ਦੇ ਵਿੱਚ ਅਸੀਂ ਬਹੁਤ ਵੱਡੀ ਪਾਪੂਲੇਸ਼ਨ ਜਿਹੜੀ ਹੈ, ਦੁਨੀਆ ਦੀ ਦੂਸਰੇ ਨੰਬਰ ਦੀ ਸਭ ਤੋਂ ਵੱਡੀ ਪਾਪੂਲੇਸ਼ਨ ਜਿਸ ਨੂੰ ਵੈਕਸੀਨੇਟ ਕਰਨਾ ਬਹੁਤ ਵੱਡੀ ਚੁਣੌਤੀ ਸੀ। ਸੋ ਉਸ ਨੂੰ ਬੜੇ ਸ਼ਾਰਟ ਸਪੈਨ ਦੇ ਵਿੱਚ ਅਸੀਂ ਅੱਜ 100 ਕਰੋੜ ਦਾ ਜਿਹੜਾ ਟਾਰਗੇਟ ਹੈ ਵੈਕਸੀਨੇਸ਼ਨ ਦਾ ਅਚੀਵ ਕੀਤਾ। ਸੋ ਕਿਸ ਤਰੀਕੇ ਦੇ ਨਾਲ ਇਹ ਜਰਨੀ ਰਹੀ, ਕਿਸ ਤਰੀਕੇ ਦੇ ਨਾਲ ਇਹ ਸਾਰਾ ਸਫ਼ਰ ਜਿਹੜਾ ਤੈਅ ਹੋਇਆ, ਕੀ ਦਿੱਕਤਾਂ ਆਈਆਂ, ਸੋ ਇਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਆਪਣੇ ਸਟੂਡੀਓ 'ਚ ਅਸੀਂ ਬਹੁਤ ਹੀ ਖਾਸ ਮਾਹਿਰ ਮਹਿਮਾਨ ਜਿਹੜੇ ਬੁਲਾਏ। ਸਭ ਤੋਂ ਪਹਿਲਾਂ ਉਹਨਾਂ ਨਾਲ ਤਾਰੁਫ। ਮੇਰੇ ਨਾਲ ਬੈਠੇ ਹਨ ਡਾਕਟਰ ਇੰਦੂ ਬਾਲਾ ਜੀ, ਜੋ ਕਿ ਸਿਵਲ ਹਸਪੀਟਲ ਜਲੰਧਰ 'ਚ ਬਤੌਰ ਡਾਕਟਰ ਭੂਮਿਕਾ ਨਿਭਾ ਰਹੇ। ਬਹੁਤ ਸਵਾਗਤ। ਨਮਸਕਾਰ। ਔਰ ਨਾਲ ਬੈਠੇ ਹਨ ਡਾਕਟਰ SPS ਗਰੋਵਰ ਜੀ, ਜੋ ਕਿ MD ਮੈਡੀਸਨ ਨੇ। ਬਹੁਤ ਸਵਾਗਤ ਹੈ ਤੁਹਾਡਾ। ਨਮਸਕਾਰ। ਸੋ ਚਰਚਾ ਸ਼ੁਰੂ ਕਰਦੇ ਹਾਂ ਮੈਡਮ, ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਕਿ ਦੁਨੀਆ ਦੀ ਸਭ ਤੋਂ ਵੱਡੀ ਪਾਪੂਲੇਸ਼ਨ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਇਸ ਨੂੰ ਵੈਕਸੀਨੇਟ ਕਰਨਾ ਬਹੁਤ ਵੱਡੀ ਚੁਣੌਤੀ ਜਿਹੜੀ ਸੀ। ਸੋ ਇਹ ਮਾਈਲਸਟੋਨ ਕਿਸ ਤਰੀਕੇ ਨਾਲ ਅਚੀਵ ਹੋਇਆ ਔਰ ਅੱਜ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਖੁਦ ਬਾਹਰ ਨਿਕਲ ਕੇ ਡਾਕਟਰਸ ਨੂੰ ਅੱਜ ਹੌਸਲਾ ਵਧਾ ਰਹੇ ਸੀ, ਸੋ ਕਿੱਦਾਂ ਦੀ ਫੀਲਿੰਗ ਜਿਹੜੀ ਹੈ ਉਹ ਤੁਸੀਂ ਮਹਿਸੂਸ ਕਰ? ਜੀ ਇਹ ਵਾਕਈ ਬਹੁਤ ਖੁਸ਼ੀ ਵਾਲੀ ਗੱਲ ਹੈ ਸੰਜੀਵ ਜੀ ਕਿ ਆਪਾਂ 100 ਕਰੋੜ ਦਾ ਜਿਹੜਾ ਟਾਰਗੇਟ ਹੈ ਕਰੋਨਾ ਵੈਕਸੀਨੇਸ਼ਨ 'ਚ ਪੂਰਾ ਕੀਤਾ ਹੈ। ਜਦੋਂ ਆਪਾਂ ਇਹ ਪ੍ਰੋਗਰਾਮ 16 ਜਨਵਰੀ 21 ਨੂੰ ਸ਼ੁਰੂ ਕੀਤਾ ਸੀਗਾ, ਉਦੋਂ ਇਹ ਜਿਹੜਾ ਟੀਚਾ ਸੀ ਬਹੁਤ ਵੱਡਾ ਲੱਗਦਾ ਸੀ। ਇੱਦਾਂ ਲੱਗਦਾ ਸੀ ਕਿ ਅੱਜ ਸ਼ੁਰੂ ਤਾਂ ਕਰ ਲਿਆ, ਇਹ ਕਿੱਦਾਂ ਮਿੱਥਿਆ ਜਾਣਾ, ਇਹ ਕਦੀ ਪੂਰਾ ਹੋਣਾ ਵੀ ਹੈ ਕਿ ਨਹੀਂ ਵੀ ਹੋਣਾ। ਪਰ ਗਵਰਨਮੈਂਟ ਆਫ ਇੰਡੀਆ ਜਦੋਂ ਕਿਸੇ ਪ੍ਰੋਗਰਾਮ ਤੇ ਫੋਕਸ ਕਰਦੀ ਹੈ ਤੇ ਆਪਣੀ ਪੂਰੀ ਮਸ਼ੀਨਰੀ, ਪੂਰੀ ਮੈਨ ਪਾਵਰ ਉਹਦੇ ਪਿੱਛੇ ਲਗਾ ਦਿੰਦੀ ਹੈ। ਕਰੋਨਾ ਬਿਮਾਰੀ ਇੱਕ ਬਹੁਤ ਵੱਡੀ ਚੁਣੌਤੀ ਸੀ ਪੂਰੀ ਦੁਨੀਆ ਵਾਸਤੇ, ਤੇ ਉਹਨੂੰ ਲੜਨ ਵਾਸਤੇ ਜਦੋਂ ਕਿ ਸਾਨੂੰ ਪਤਾ ਸੀ ਨਵੀਂ ਬਿਮਾਰੀ ਹੈ, ਕਿਸੇ ਤਰ੍ਹਾਂ ਦੀ ਕੋਈ ਵੀ ਇਹਦਾ ਇਲਾਜ ਹਜੇ ਮੁਹੱਈਆ ਨਹੀਂ। ਅਸੀਂ ਪਿਛਲੇ ਸਾਲ ਸਾਰਿਆਂ ਨੇ ਦੇਖਿਆ, ਟੀਵੀ ਤੇ ਹਰ ਚੀਜ਼ ਦੇਖੀ ਹੈ ਕਿ ਵੱਡੀਆਂ ਸਰਕਾਰਾਂ, ਵੱਡੇ ਦੇਸ਼, ਉਹਨਾਂ ਦੇ ਹੱਥ ਖੜੇ ਹੋ ਗਏ। ਅਸੀਂ ਤਾਂ ਫਿਰ ਵੀ ਗਰੀਬ ਦੇਸ਼ਾਂ ਦੀ ਕੈਟਾਗਰੀ 'ਚ ਆਉਂਦੇ ਹਾਂ, ਬਟ ਉਹਦੇ ਬਾਵਜੂਦ ਵੀ ਸਾਡੀ ਸਰਕਾਰ ਨੇ ਜਾਂ ਸਾਡੇ ਸਾਰੇ ਲੋਕਾਂ ਨੇ ਬਹੁਤ ਕੁਝ ਕੀਤਾ ਹੈ। ਔਰ ਇਹਦੇ ਵਾਸਤੇ ਜਿਹੜੀ ਅਸੀਂ ਸੋਚੀ ਵੀ ਨਹੀਂ ਸੀ ਵੈਕਸੀਨੇਸ਼ਨ, ਉਹ ਬੜੀ ਰਿਕਾਰਡ ਟਾਈਮ ਵਿੱਚ ਆਈ ਜੀ। ਰਿਕਾਰਡ ਟਾਈਮ ਵਿੱਚ ਮਤਲਬ ਪਹਿਲੇ, ਇਸ ਤੋਂ ਪਹਿਲੇ ਬਿਮਾਰੀਆਂ ਹੁੰਦੀਆਂ ਸੀ, ਕਈ ਸਾਲ ਲੱਗ ਜਾਂਦੇ ਹੁੰਦੇ ਸੀ ਵੈਕਸੀਨ ਡਿਵੈਲਪ ਕਰਨ ਨੂੰ। ਬਟ ਇਹ ਵੈਕਸੀਨ ਜਿਸ ਤਰ੍ਹਾਂ ਸਾਡੇ ਦੇਸ਼ ਦੇ ਸਾਇੰਟਿਸਟ ਨੇ ਜਾਂ ਸਾਰਿਆਂ ਨੇ ਇੰਡੀਵਿਜੂਅਲ ਇੰਡੀਜੀਨਸ ਦੇਸ਼ ਦੀ ਆਪਣੀ ਵੈਕਸੀਨ, ਕਿਉਂਕਿ ਸਾਡੇ ਲਈ ਬਾਹਰ ਦੀ ਵੈਕਸੀਨ ਅਫੋਰਡ ਕਰਨਾ ਹਜੇ ਮੁਸ਼ਕਿਲ ਸੀ, ਤੇ ਗਵਰਨਮੈਂਟ ਆਫ ਇੰਡੀਆ ਹਾਂਜੀ ਸਾਡੇ ਦੇਸ਼ ਦੀ ਬਣੀ ਹੋਈ ਵੈਕਸੀਨ ਹੈ, ਤੇ ਉਹ ਆਈ ਤੇ ਗਵਰਨਮੈਂਟ ਨੇ ਲਾਂਚ ਕੀਤੀ। ਸਾਡੇ ਤੋਂ ਸਭ ਤੋਂ ਪਹਿਲੇ ਇਹ ਉਪਰਾਲਾ ਸੀ ਸਰਕਾਰ ਦਾ ਕਿ ਪਹਿਲੇ ਹੈਲਥ ਵਰਕਰਸ। ਸੋ ਇਸ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਪੂਰੀ ਦੁਨੀਆ ਦੇ ਵਿੱਚ ਅਗਰ ਨਹੀਂ ਰਹੇ ਹਾਂ, ਰਾਦਰ ਅਸੀਂ ਬਹੁਤ ਸਾਰੇ ਦੁਨੀਆ ਦੇ ਦੇਸ਼ਾਂ ਨੂੰ ਅਸੀਂ ਵੈਕਸੀਨ ਦਿੱਤੀ ਹੈ ਸਾਰਿਆਂ ਨੂੰ, ਅਸੀਂ ਆਪ ਵੀ ਲਗਾਈ ਹੈ ਤੇ ਦੁਨੀਆ ਵਿੱਚ ਵੰਡੀ ਵੀ ਹੈ ਜੀ। ਇਹਦੇ ਬਾਰੇ ਡਾਕਟਰ ਸਾਹਿਬ ਤੁਹਾਡੇ ਕੋਲੋਂ ਇਹਦੇ ਵਿੱਚ ਕਿ ਕਿਉਂਕਿ ਅੱਜ ਇੱਕ ਕਿਸਮ ਨਾਲ ਹੈਲਥ ਕੇਅਰ ਸੈਕਟਰ ਨੂੰ ਇੱਕ ਆਨਰ ਕੀਤਾ ਗਵਰਨਮੈਂਟ ਨੇ ਕਿ ਅਸੀਂ 100 ਕਰੋੜ ਵੈਕਸੀਨੇਸ਼ਨ ਜਿਹੜੀ ਹੈ ਉਹ ਕੀਤੀ ਕੋਵਿਡ ਵੈਕਸੀਨ, ਕਿਉਂਕਿ ਬਹੁਤ ਵੱਡੀ ਚੁਣੌਤੀ ਸੀ। ਉਹਦੇ ਵਿੱਚ ਸਭ ਤੋਂ ਅੱਗੇ ਫਰੰਟ ਤੇ ਤਾਂ ਹੈਲਥ ਕੇਅਰ ਡਿਪਾਰਟਮੈਂਟ ਹੀ ਸੀਗਾ। ਸੋ ਇਸ ਜਿਹੜੀ ਜਰਨੀ ਨੂੰ ਓਵਰਆਲ ਤੁਸੀਂ ਕਿੱਦਾਂ ਦੇਖਦੇ ਹੋ ਹੁਣ ਤੱਕ ਕੋਵਿਡ ਦੀ ਸਾਰੀ? ਦੇਖੋ, ਮੈਨੂੰ ਪੂਰੀ ਤਰ੍ਹਾਂ ਯਾਦ ਹੈ ਕਿ ਜਦੋਂ ਜਨਵਰੀ ਦੇ ਵਿੱਚ ਇਹ ਪ੍ਰੋਸੈਸ ਸ਼ੁਰੂ ਹੋਣਾ ਸੀਗਾ ਤੇ ਬਹੁਤ ਜ਼ਿਆਦਾ ਰੈਜ਼ਿਸਟੈਂਸ ਸੀ। ਈਵਨ ਡਾਕਟਰਸ ਦੇ ਵਿੱਚ, ਪੈਰਾਮੈਡੀਕਲ ਸਟਾਫ ਦੇ ਵਿੱਚ ਵੀ ਇੰਨੀ ਜ਼ਿਆਦਾ ਲੋਕ ਡਰਦੇ ਸੀਗੇ। ਲੋਕਾਂ ਦੇ ਕਈ ਤਰ੍ਹਾਂ ਦੇ ਐਪਰੀਹੈਂਸ਼ਨ ਸੀਗੀਆਂ ਵੀ ਇਹ ਵੈਕਸੀਨ ਨਾਲ ਪਤਾ ਨਹੀਂ ਕੀ ਹੋ ਜਾਣਾ। ਕਈ ਮਰੀਜ਼ ਤੇ ਕਈ ਬੰਦੇ ਇਹੀ ਸੋਚਦੇ ਸੀਗੇ ਵੀ ਸ਼ਾਇਦ ਇਹਦੇ ਨਾਲ ਸਾਨੂੰ ਬਿਮਾਰੀ ਨਾ ਹੋ ਜਾਏ, ਜਾਂ ਇਹਦੇ ਨਾਲ ਸਾਨੂੰ ਹਾਰਟ ਅਟੈਕ ਨਾ ਆ ਜਾਏ, ਪੈਰਾਲਿਸਿਸ ਨਾ ਹੋ ਜਾਏ। ਬਹੁਤ ਤਰ੍ਹਾਂ ਦੀਆਂ ਅਫਵਾਹਾਂ ਕਹਿ ਲਓ ਜਾਂ ਇਸ ਤਰ੍ਹਾਂ ਦੇ ਗੱਲਾਂ ਫੈਲਾਈਆਂ ਗਈਆਂ ਸੀਗੀਆਂ ਕਿ ਕਾਫੀ ਲੋਕ ਡਰਦੇ ਸੀ। ਜਦੋਂ ਪਹਿਲੇ ਦਿਨ ਵੈਕਸੀਨ ਗਵਰਨਮੈਂਟ ਹਸਪਤਾਲਾਂ 'ਚ ਸ਼ੁਰੂ ਹੋਈ ਜਾਂ ਪ੍ਰਾਈਵੇਟਾਂ 'ਚ ਸ਼ੁਰੂ ਹੋਈ ਤੇ ਅੱਧੇ ਤੋਂ ਵੀ ਘੱਟ ਡਾਕਟਰਸ ਔਰ ਸਟਾਫ ਨੇ ਲਵਾਈ ਸੀ। ਸੋ ਇੰਨੀ ਰੈਜ਼ਿਸਟੈਂਸ ਸੀਗੀ। ਬਟ ਹੌਲੀ ਜਦੋਂ ਲੱਗਦਾ ਗਿਆ, ਇਹ ਵੈਕਸੀਨ ਹੁੰਦੀ ਨਹੀਂ ਗਈ ਔਰ ਲੋਕਾਂ ਨੇ ਦੇਖ ਲਿਆ ਵੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਆ ਰਿਹਾ, ਔਰ ਗਵਰਨਮੈਂਟ ਵੱਲੋਂ ਵੀ ਕਾਫੀ ਅੱਛਾ ਪ੍ਰਚਾਰ ਕੀਤਾ ਗਿਆ ਇਸ ਵੈਕਸੀਨੇਸ਼ਨ ਨੂੰ ਪੂਰਾ ਕਰਨ, ਔਰ ਲੋਕਾਂ ਨੇ ਔਰ ਡਾਕਟਰਸ ਨੇ ਇਹ ਗੱਲ ਰਿਅਲਾਈਜ਼ ਕਰਾ ਦਿੱਤੀ ਆਮ ਲੋਕਾਂ ਵਿੱਚ ਕਿ ਵੈਕਸੀਨ ਹੀ ਇਸ ਬਿਮਾਰੀ ਤੋਂ ਬਚਣ ਦਾ ਤਰੀਕਾ ਹੈ। ਇਲਾਜ ਕੋਈ ਹੈ ਨਹੀਂ। ਜੋ ਕੋਵਿਡ ਦੀ ਬਿਮਾਰੀ, ਕੋਵਿਡ-19 ਦਾ ਕੋਈ ਵੀ ਟ੍ਰੀਟਮੈਂਟ, ਈਵਨ ਅੱਜ ਤੱਕ ਵੀ ਕੋਈ ਸਪੈਸੀਫਿਕ ਟ੍ਰੀਟਮੈਂਟ ਜਿਹੜਾ ਐਂਟੀਵਾਇਰਸ ਹੋਵੇ ਉਹ ਸਾਬਤ ਨਹੀਂ ਹੋ ਸਕਿਆ। ਪਰ
ਬੜੇ ਹੀ ਜਿੱਦਾਂ ਕਿ ਡਾਕਟਰ ਸਾਹਿਬ ਨੇ ਦੱਸਿਆ ਬੜੇ ਥੋੜੇ ਟਾਈਮ ਦੇ ਵਿੱਚ ਇਹ ਵੈਕਸੀਨ ਤਿਆਰ ਹੋ ਗਈ ਔਰ ਤਿਆਰ ਹੋ ਕੇ ਇਫੈਕਟਿਵਲੀ ਯੂਜ਼ ਹੋ ਰਹੀ। ਔਰ ਅੱਜ ਬਹੁਤ ਹੀ ਖੁਸ਼ੀ ਹੈ ਕਿ ਇੰਨੇ ਇੰਜੈਕਸ਼ਨਸ ਦੇ ਡੋਜ਼ਸ ਲੱਗ ਚੁੱਕੇ ਇੰਡੀਆ ਦੇ ਵਿੱਚ। ਇਨੀਸ਼ੀਅਲ ਰੈਜ਼ਿਸਟੈਂਸ ਜ਼ਰੂਰ ਆਈਆਂ ਪਰ ਹੌਲੀ ਹੌਲੀ ਬਿਕੋਜ਼ ਆਫ ਦੀ ਗਵਰਨਮੈਂਟ ਪ੍ਰੋਪੇਗੇਸ਼ਨ ਔਰ ਡਾਕਟਰਸ ਦਾ ਸਟਾਫ ਦਾ ਪ੍ਰੋਪੇਗੇਸ਼ਨ ਔਰ ਸਭ ਤੋਂ ਪਹਿਲਾਂ ਹੈਲਥ ਵਰਕਰ ਅੱਗੇ ਆਏ ਕਿ ਪਹਿਲਾਂ ਸਾਨੂੰ ਲਗਾਓ। ਸੋ ਇਹਦੇ ਨਾਲ ਲੋਕਾਂ ਦਾ ਕੌਨਫੀਡੈਂਸ ਬਹੁਤ ਵਧਿਆ ਔਰ ਸਪਰੈਡ ਕਰ ਗਿਆ ਮੈਸੇਜ ਕਿ ਵੈਕਸੀਨੇਸ਼ਨ ਇਜ਼ ਦਾ ਓਨਲੀ ਆਂਸਰ। ਇਹੀ ਇੱਕ ਬਚਾਅ ਦਾ ਤਰੀਕਾ। ਸੋ ਬੜਾ ਅਹਿਮ ਹੈ ਕਿ ਵੈਕਸੀਨੇਸ਼ਨ ਹੀ ਇੱਕ ਆਂਸਰ ਹੈ ਇਸ ਬਿਮਾਰੀ ਦੇ ਨਾਲ ਲੜਨ ਵਾਸਤੇ। ਮੈਡਮ ਕਈ ਲੋਕ ਹਜੇ ਤੱਕ ਵੀ ਹੈਜ਼ਿਟੇਟ ਕਰਦੇ ਪਏ, ਉਹ ਵੈਕਸੀਨੇਸ਼ਨ ਨਹੀਂ ਆਪਣੇ ਆਪ ਨੂੰ ਕਰਵਾ ਰਹੇ। ਸੋ ਉਹਨਾਂ ਲੋਕਾਂ ਨੂੰ ਤੁਹਾਡਾ ਕਿਸ ਤਰੀਕੇ ਨਾਲ ਉਹਨਾਂ ਨੂੰ ਸੰਬੋਧਨ ਕਰੋਗੇ ਕਿ ਇਹ ਬਹੁਤ ਇੰਪੋਰਟੈਂਟ ਹੈ? ਜੀ ਤੁਸੀਂ ਹੁਣ ਦੇਖ ਹੀ ਰਹੇ ਹੋ 9-10 ਮਹੀਨੇ ਹੋ ਗਏ ਸਾਨੂੰ ਇਹ ਵੈਕਸੀਨੇਸ਼ਨ ਡਰਾਈਵ ਸ਼ੁਰੂ ਕੀਤੇ ਹੋਏ। ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਦੱਸ ਰਿਹਾ ਕਿ ਪਹਿਲੇ ਹੈਲਥ ਵਰਕਰਸ ਵਾਸਤੇ ਇਹ ਸਟਾਰਟ ਕੀਤੀ ਗਈ ਸੀ, ਫਿਰ ਹੌਲੀ ਹੌਲੀ ਇਹ ਐਕਸਪੈਂਸ਼ਨ ਹੁੰਦੀ ਗਈ। ਅਸੀਂ ਫਰੰਟ ਲਾਈਨ ਵਰਕਰਸ ਦੀ ਵੀ ਐਕਸਪੈਂਸ਼ਨ ਹੁੰਦੀ ਗਈ। ਬਹੁਤ ਸਾਰੇ ਸਟਾਫ ਮੈਂਬਰਸ, ਹਰ ਤਰ੍ਹਾਂ ਦਾ ਗਵਰਨਮੈਂਟ ਆਫੀਸ਼ੀਅਲ, ਪ੍ਰਾਈਵੇਟ ਕੰਮ ਕਰਨ ਵਾਲੇ ਬੰਦੇ ਇਸ ਦਾਇਰੇ ਵਿੱਚ ਆਉਂਦੇ ਗਏ। ਥੋੜੀ ਬਹੁਤ ਜਿਹੜੀ ਰੈਜ਼ਿਸਟੈਂਸ ਸੀ ਲੋਕਾਂ ਨੂੰ ਕਿ ਸ਼ਾਇਦ ਉਹਨਾਂ ਨੂੰ ਲੱਗਦਾ ਸੀ ਕਿ ਕਿਉਂਕਿ ਉਹਦਾ ਇੱਕ ਰੀਜ਼ਨ ਇਹ ਵੀ ਸੀ ਕਿ ਅੱਜ ਤੱਕ ਕੋਈ ਵੀ ਜਿਹੜੀ ਵੈਕਸੀਨ ਸੀਗੀ ਉਹ ਇੰਨੀ ਜਲਦੀ ਬਣੀ ਨਹੀਂ ਸੀ। ਇਹ ਜਦੋਂ ਬਹੁਤ ਜਲਦੀ ਬਣ ਗਈ ਤੇ ਉਹ ਵੀ ਸ਼ਾਇਦ ਲੋਕਾਂ ਦੇ ਮਨ 'ਚ ਇਹ ਗੱਲ ਹੋ ਗਈ ਵੀ ਇੰਨੀ ਜਲਦੀ ਵੈਕਸੀਨ ਬਣੀ ਹੈ, ਜਿਹੜੀ ਬਿਮਾਰੀ ਦਾ ਕੋਈ ਇਲਾਜ ਨਹੀਂ ਉਹਦੀ ਵੈਕਸੀਨ ਆ ਗਈ ਹੈ, ਇਹ ਕਿੱਦਾਂ ਹੋ ਸਕਦਾ ਇਹ ਇੰਨੀ ਇਫੈਕਟਿਵ ਹੋ ਗਈ। ਉਹ ਕਿਤੇ ਨਾ ਕਿਤੇ ਮਨ 'ਚ ਇੱਕ ਸ਼ੱਕ ਸੀ, ਸ਼ੰਕਾ ਸੀ। ਆਈ ਥਿੰਕ 10 ਮਹੀਨਿਆਂ ਵਿੱਚ ਇਹ ਵੀ ਪ੍ਰੂਵ ਹੋ ਗਿਆ ਵੀ ਕਿਸੇ ਨੂੰ ਕੋਈ ਸਾਈਡ ਇਫੈਕਟ ਕੁਝ ਵੀ ਨਹੀਂ ਹੋਇਆ। ਜੇ ਕੋਈ ਮਾੜਾ ਮੋਟਾ ਬੁਖਾਰ ਹੈ, ਕੁਝ ਹੈ, ਉਹ ਤਾਂ ਸਾਨੂੰ ਉੱਦਾਂ ਵੀ ਹੋ ਜਾਂਦਾ, ਇੱਕ ਅੱਧਾ ਦਿਨ ਰਹਿ ਵੀ ਗਿਆ ਤਾਂ ਵੀ ਕੋਈ ਗੱਲ ਨਹੀਂ। ਆਈ ਥਿੰਕ ਹੁਣ ਹੈਜ਼ੀਟੈਂਸੀ ਵਾਲੀ ਕੋਈ ਗੱਲ ਰਹਿਣੀ ਨਹੀਂ ਚਾਹੀਦੀ ਜੀ। ਸੋ ਬਾਕੀ ਲੋਕਾਂ ਨੂੰ ਦੇਖ ਕੇ ਕਿਤੇ ਨਾ ਕਿਤੇ ਮੋਟੀਵੇਸ਼ਨ ਜਿਹੜੀ ਹੈ ਉਹਨਾਂ ਲੋਕਾਂ ਨੂੰ ਵੀ ਲੈਣੀ ਚਾਹੀਦੀ ਹੈ ਕਿ ਵੈਕਸੀਨੇਸ਼ਨ ਇਜ਼ ਦਾ ਓਨਲੀ ਆਂਸਰ, ਕਿ ਇਹੀ ਇੱਕ ਇਲਾਜ ਹੈ। ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਜਾਣਾ ਚਾਹੀਦਾ ਔਰ ਸਰਕਾਰ ਬਹੁਤ ਜ਼ਿਆਦਾ ਪ੍ਰਯਾਸ ਕਰ ਰਹੀ ਹੈ ਕਿ ਅਸੀਂ ਭਾਰਤ ਨੂੰ ਕੋਵਿਡ ਮੁਕਤ ਕਰਨਾ। ਸੋ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨ ਦੀ ਲੋੜ ਹੈ। ਸਰ ਮੈਂ ਤੁਹਾਡੇ ਕੋਲੋਂ, ਕਿਉਂਕਿ ਖਤਰਾ ਹਜੇ ਤੱਕ ਟਲਿਆ ਨਹੀਂ ਹੈ, ਵੈਕਸੀਨੇਸ਼ਨ ਚਾਹੇ ਕੰਟੀਨਿਊਸਲੀ ਸਰਕਾਰ ਚਲਾ ਰਹੀ ਹੈ, ਲਗਾਤਾਰ ਡਰਾਈਵ ਚੱਲਦੀ ਪਈ, ਕੀ ਇਹਤਿਆਤ ਜਿਹੜੇ ਅਜੇ ਤੱਕ ਵੀ ਤੁਸੀਂ ਸੁਜੈਸਟ ਕਰਦੇ ਹੋ ਸਾਨੂੰ ਲੈਣੇ ਚਾਹੀਦੇ? ਦੇਖੋ ਬਿਲਕੁਲ ਬੇਚਿੰਤ ਨਹੀਂ ਹੋ ਜਾਣਾ ਚਾਹੀਦਾ ਕਿ ਵੈਕਸੀਨ ਲੱਗ ਗਈ ਤੇ ਸਾਨੂੰ ਇਹ ਨਹੀਂ ਹੋ ਸਕਦਾ। ਇਹ ਗੱਲ ਨਹੀਂ ਹੋਣੀ ਚਾਹੀਦੀ। ਪ੍ਰੀਕਾਸ਼ਨਸ ਅਜੇ ਵੀ ਜ਼ਰੂਰਤ ਨੇ, ਜਿਸ ਤਰ੍ਹਾਂ ਕਿ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕਰਨਾ, ਮਾਸਕ ਬੰਨ੍ਹ ਕੇ ਰੱਖਣਾ ਔਰ ਬਿਮਾਰੀ ਦੇ ਸ਼ੁਰੂ ਦੇ ਲੱਛਣਾਂ ਦੇ ਵਿੱਚ ਹੀ ਡਾਕਟਰ ਦੀ ਸਲਾਹ ਲੈਣੀ। ਔਰ ਇਹ ਗੱਲਾਂ ਦਾ ਅਜੇ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ। ਸਫਾਈ ਦਾ ਧਿਆਨ ਰੱਖਣਾ ਚਾਹੀਦਾ। ਭਾਵੇਂ ਕੋਵਿਡ ਦੇ ਕੇਸ ਬਹੁਤ ਘਟ ਗਏ ਨੇ ਪਰ ਪ੍ਰੀਕਾਸ਼ਨ ਜੇ ਨਹੀਂ ਲਵਾਂਗੇ, ਕਿਉਂਕਿ ਇੱਕ ਵੀ ਕੇਸ ਜੇ ਦੁਬਾਰਾ ਸ਼ੁਰੂ ਹੋ ਗਿਆ ਤੇ ਮਿਊਟੈਂਟਸ ਬਦਲ ਜਾਂਦੇ ਨੇ, ਜੀਨਸ ਬਦਲ ਜਾਂਦੇ ਵਾਇਰਸ ਦੇ, ਔਰ ਫਿਰ ਜੇ ਦੁਬਾਰਾ ਨਵਾਂ ਵਾਇਰਸ ਆ ਗਿਆ ਜਿਹਦੇ ਲਈ ਸਾਡੀ ਵੈਕਸੀਨ ਹੋ ਸਕਦਾ ਇਫੈਕਟਿਵ ਨਾ ਹੋਵੇ। ਭਾਵੇਂ ਹਾਲੇ ਤੱਕ ਐਸੀ ਗੱਲ ਨਹੀਂ ਹੈ ਕੋਈ, ਬਟ ਕੱਲ੍ਹ ਦਾ ਕੋਈ ਪਤਾ ਨਹੀਂ। ਇਸ ਕਰਕੇ ਪ੍ਰੀਕਾਸ਼ਨ ਜਿਹੜੀ ਲੈਣੀ ਹੈ, ਸੈਨੀਟਾਈਜ਼ ਆਪਣੇ ਆਪ ਨੂੰ ਕਰਨਾ, ਹੱਥ ਸਾਫ਼ ਰੱਖਣਾ, ਸੋਸ਼ਲ ਡਿਸਟੈਂਸਿੰਗ ਰੱਖਣੀ ਔਰ ਮਾਸਕ ਵਰਤਣਾ, ਇਹ 3 ਚੀਜ਼ਾਂ ਦੀ ਪ੍ਰੀਕਾਸ਼ਨ ਅਜੇ ਵੀ ਲੈਣੀ ਚਾਹੀਦੀ ਹੈ ਤਾਂ ਜੋ ਸਾਨੂੰ ਤੀਸਰੀ ਵੇਵ ਨਾ ਆ ਜਾਏ ਜਾਂ ਇਹ ਦੁਬਾਰਾ ਕੋਈ ਆਪਣਾ ਰੂਪ ਬਦਲ ਕੇ ਵਾਇਰਸ ਨਾ ਆ ਜਾਏ ਔਰ ਫਿਰ ਸਾਡੇ ਸਮਾਜ ਨੂੰ ਤੰਗ ਕਰੇ। ਸੋ ਬਹੁਤ ਅਹਿਮ ਹੈ ਕਿ ਇਹ ਬਾਰ-ਬਾਰ ਜਿਹੜਾ ਦੂਰਦਰਸ਼ਨ ਦੇ ਰਾਹੀਂ ਵੀ ਅਸੀਂ ਅਪੀਲ ਕਰਦੇ ਹਾਂ ਆਪਣੇ ਸਾਰੇ ਦਰਸ਼ਕਾਂ ਨੂੰ ਕਿ ਇਹ ਪ੍ਰੀਕਾਸ਼ਨਸ ਜਿਹੜੀਆਂ ਅਸੀਂ ਹਜੇ ਤੱਕ ਲਈ ਜਾਣੀਆਂ ਨੇ, ਕਿਉਂਕਿ ਅਸੀਂ ਕੋਵਿਡ ਦੇ ਨਾਲ ਲੜਨਾ। ਸੋ ਇੱਕ ਇਹੋ ਜਿਹੀ ਬਿਮਾਰੀ ਜਿਹੜੀ ਕਦੀ ਵੀ ਆਪਣੀ ਚਪੇਟ ਦੇ ਵਿੱਚ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਲਿਆ ਕਿ ਮਿਊਟ ਕਰਦੀ ਹੈ ਆਪਣੇ ਆਪ ਨੂੰ, ਸੋ ਖਤਰਾ ਤਾਂ ਹੈ। ਮੈਡਮ ਇਹਦੇ ਓਵਰਆਲ ਅਗਰ ਗੱਲ ਕਰੀਏ ਕੋਵਿਡ ਲੈ ਕੇ ਔਰ ਉਸ ਤੋਂ ਬਾਅਦ ਵੈਕਸੀਨੇਟ ਕਰਨ ਤੱਕ ਰੋਲ ਆਫ ਐਡਮਿਨਿਸਟ੍ਰੇਸ਼ਨ ਨੂੰ ਅਗਰ ਤੁਸੀਂ ਦੇਖੋ ਤਾਂ ਤੁਸੀਂ ਕਿਸ ਤਰੀਕੇ ਨਾਲ ਦੇਖਦੇ? ਜੀ ਬਿਲਕੁਲ ਇਸ ਤਰ੍ਹਾਂ ਹੈ ਕਿ ਐਡਮਿਨਿਸਟ੍ਰੇਸ਼ਨ ਦਾ ਰੋਲ ਸ਼ੁਰੂ ਤੋਂ ਬਹੁਤ ਸਟਰੋਂਗ ਰਿਹਾ, ਹਜੇ ਵੀ ਹੈ, ਅੱਗੇ ਵੀ ਹੋਏਗਾ। ਕੋਈ ਵੀ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਇੱਕ ਲੀਡਰ ਦੀ ਲੋੜ ਹੁੰਦੀ ਹੈ। ਲੀਡਰ ਇੱਕ ਪਲਾਨ ਫਾਰਮੂਲੇਟ ਕਰਦਾ ਹੈ, ਉਹ ਇੰਪਲੀਮੈਂਟ ਕਰਦਾ ਹੈ, ਅਸੀਂ ਉਹ ਗਾਈਡਲਾਈਨਸ ਦੇ ਹਿਸਾਬ ਨਾਲ ਅੱਗੇ ਚੱਲਦੇ ਹਾਂ। ਤੇ ਜ਼ਾਹਿਰ ਹੈ ਐਡਮਿਨਿਸਟ੍ਰੇਸ਼ਨ ਤੋਂ ਸਾਨੂੰ ਬਹੁਤ ਜ਼ਿਆਦਾ ਸਪੋਰਟ ਮਿਲੀ ਹੈ। ਮੁਸ਼ਕਿਲਾਂ ਬਹੁਤ ਸੀ, ਹਰ ਤਰ੍ਹਾਂ ਦੀ ਰੈਜ਼ਿਸਟੈਂਸ ਸੀ। ਜਿਹੜੀਆਂ ਮੁਸ਼ਕਿਲਾਂ ਸੀ ਉਹਨਾਂ ਦੇ ਸਾਹਮਣੇ ਐਡਮਿਨਿਸਟ੍ਰੇਸ਼ਨ ਸਾਹਮਣੇ ਰੱਖੀਆਂ ਨੇ, ਉਹਨਾਂ ਨੇ ਉਹਦਾ ਹੱਲ ਕੱਢਿਆ ਹੈ ਤੇ ਸਾਨੂੰ ਦੱਸਿਆ ਹੈ ਵੀ ਉਹਦੇ ਵਿੱਚੋਂ ਅਸੀਂ ਕਿਵੇਂ ਨਿਕਲਣਾ ਹੈ ਤੇ ਕਿਸ ਤਰ੍ਹਾਂ ਅਸੀਂ ਲੋਕਾਂ ਨੂੰ ਅਪਰੋਚ ਕਰਨਾ ਪੋਜ਼ਿਟਿਵ ਤਰੀਕੇ ਨਾਲ। ਜਿਸ ਤਰ੍ਹਾਂ ਤੁਸੀਂ ਜਾਣਦੇ ਸੀ ਕਿ ਰੈਜ਼ਿਸਟੈਂਸ ਬਹੁਤ ਸੀ, ਲੋਕੀ ਲਗਵਾਉਣਾ ਵੀ ਨਹੀਂ ਚਾਹੁੰਦੇ ਸੀ। ਉਹਨਾਂ ਨੂੰ ਬਾਰ-ਬਾਰ ਉਹਨਾਂ ਦੀਆਂ ਗਲੀਆਂ ਮਹੱਲਿਆਂ 'ਚ ਜਾ ਕੇ ਮੈਸੇਜ ਦੇਣਾ, IEC ਐਕਟੀਵਿਟੀਜ਼ ਕਰਵਾਉਣਾ, ਇਹ ਸਾਰੀਆਂ ਚੀਜ਼ਾਂ ਐਡਮਿਨਿਸਟ੍ਰੇਸ਼ਨ ਨੇ ਕਾਫੀ ਹੈਲਪ ਕੀਤੀ ਹੈ।
ਜੀ ਜੀ। ਸੋ ਐਡਮਿਨਿਸਟ੍ਰੇਸ਼ਨ ਦੀ ਭੂਮਿਕਾ ਕਿਉਂਕਿ ਬਹੁਤ ਬਾਖੂਬੀ ਇਹਨਾਂ ਲੋਕਾਂ ਤੱਕ ਪਹੁੰਚਣਾ ਔਰ ਲੋਕਾਂ ਨੂੰ ਸਮੇਂ-ਸਮੇਂ ਸਿਰ ਸਾਰੀਆਂ ਗਾਈਡਲਾਈਨਸ ਬਾਰੇ ਜਾਣਕਾਰੀ ਦੇਣੀ ਜਾਂ ਮੁਹੱਈਆ ਕਰਨਾ, ਸੋ ਕਿਤੇ ਨਾ ਕਿਤੇ ਬੜੀ ਅਹਿਮ ਭੂਮਿਕਾ ਜਿਸ ਤਰ੍ਹਾਂ ਮੈਡਮ ਨੇ ਦੱਸਿਆ। ਸਰ, ਰੋਲ ਆਫ NGOs ਦੀ ਅਗਰ ਗੱਲ ਕਰੀਏ, ਕਿਉਂਕਿ ਸਰਕਾਰ ਸਾਰਾ ਕੰਮ ਸ਼ਾਇਦ ਆਪਣੇ ਆਪ ਦੇ ਵਿੱਚ ਕਈ ਵਾਰੀ ਕਰਨਾ ਮੁਸ਼ਕਿਲ ਹੁੰਦਾ, ਸੋ ਉਹਨਾਂ ਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਸੰਸਥਾਵਾਂ ਦੀ ਲੋੜ ਪੈਂਦੀ, ਸੋ ਇਹਨਾਂ ਨੇ ਵੀ ਇਹਦੇ ਵਿੱਚ ਬਹੁਤ ਵੱਧ ਚੜ੍ਹ ਕੇ ਜਿਹੜਾ ਹਿੱਸਾ ਲਿਆ, ਤੁਸੀਂ ਕਿੱਦਾਂ ਆਖਦੇ ਹੋ? ਮੈਂ ਬਿਲਕੁਲ ਇਸ ਗੱਲ ਨਾਲ ਤੁਹਾਡੀ ਸਹਿਮਤ ਹਾਂ ਕਿ NGOs ਨੇ ਬਹੁਤ ਜ਼ਿਆਦਾ ਰੋਲ ਪਲੇ ਕੀਤਾ ਹੈ। ਜਦੋਂ ਕਿ ਵੈਕਸੀਨੇਸ਼ਨ ਸ਼ੁਰੂ ਹੋਈ ਸੀ ਤੇ ਸਿਵਲ ਹਸਪੀਟਲ ਦੇ ਵਿੱਚ ਜਾਂ ਸਰਕਾਰੀ ਜਗ੍ਹਾ ਇੰਨੀਆਂ ਨਹੀਂ ਸੀਗੀਆਂ ਵੀ ਜਿੱਥੇ ਵੱਧ ਤੋਂ ਵੱਧ ਕੈਂਪ ਲਾਏ ਜਾ ਸਕਣ। ਸੋ ਪ੍ਰਾਈਵੇਟ ਅਦਾਰਿਆਂ ਦੇ ਵਿੱਚ NGOs ਨੇ ਆ ਕੇ, ਜਿਸ ਤਰ੍ਹਾਂ ਰੋਟਰੀ ਕਲੱਬ ਹੈ, ਲਾਇਨਸ ਕਲੱਬ ਨੇ, ਹੋਰ ਕਈ ਮਹੱਲਿਆਂ ਦੀਆਂ ਸੰਸਥਾਵਾਂ ਨੇ, ਕਈ ਇਵਨ ਪੋਲੀਟੀਕਲ ਪਾਰਟੀਆਂ ਦੇ ਵਿੰਗ ਨੇ ਜਿਹੜੇ ਕਿ ਸੋਸ਼ਲ ਕੰਮ ਕਰਦੇ ਨੇ, ਉਹਨਾਂ ਨੇ ਸ਼ਹਿਰਾਂ ਦੇ ਵਿੱਚ ਅਸੀਂ ਦੇਖਿਆ ਕਈ ਵਾਰੀ 20 ਕੈਂਪ ਲੱਗੇ ਹੁੰਦੇ ਸੀ ਵੱਖ-ਵੱਖ ਜਗ੍ਹਾ ਤੇ। ਔਰ ਜਦੋਂ NGOs ਜਾ ਕੇ ਲੋਕਾਂ ਨੂੰ ਕਹਿੰਦੇ ਸੀ ਕਿ ਤੁਸੀਂ ਵੈਕਸੀਨ ਲਵਾ ਲਓ, ਤੇ ਲੋਕੀ ਜ਼ਿਆਦਾ ਮੋਟੀਵੇਟ ਹੋ ਜਾਂਦੇ ਸੀ। ਬਜਾਏ ਸਰਕਾਰੀ ਮੈਸੇਜ ਨੂੰ ਵੀ ਤੇ ਸਮਝਦੇ ਸੀ, ਮੰਨਦੇ ਸੀ, ਪਰ ਸਰਕਾਰੀ ਮੈਸੇਜ ਨਾਲੋਂ ਜਦੋਂ ਉਹਨਾਂ ਦਾ ਗੁਆਂਢੀ ਜਾਂ ਉਹਨਾਂ ਦਾ ਭਰਾ ਜਾਂ ਕੋਈ ਰਿਸ਼ਤੇਦਾਰ ਜਿਹੜਾ ਕਿ NGO ਚਲਾ ਰਿਹਾ ਜਾਂ NGO ਦਾ ਮੈਂਬਰ ਹੈ, ਉਹ ਵੀ ਜਾ ਕੇ ਕਹਿੰਦਾ ਸੀਗਾ ਵੀ ਇਹ ਵੈਕਸੀਨ ਜ਼ਰੂਰੀ ਹੈ। ਮੈਨੂੰ ਯਾਦ ਹੈ ਕਈ ਜਗ੍ਹਾ ਤੇ ਅਸੀਂ ਵੀ ਗਏ ਹਾਂ ਫਰੋਮ ਰੋਟਰੀ ਕਲੱਬ, ਉੱਥੇ ਜਾ ਕੇ ਜਦੋਂ ਲੈਕਚਰ ਥੋੜ੍ਹਾ ਜਿਹਾ ਦੇਣਾ ਪੈਂਦਾ ਸੀ ਕਿ ਵੈਕਸੀਨ ਕਿਸ ਤਰ੍ਹਾਂ ਬਣੀ ਹੈ, ਇਹਦਾ ਕੀ ਫਾਇਦੇ ਨੇ, ਤਾਂ ਲੋਕੀ ਬਹੁਤ ਰਿਸੈਪਟਿਵ ਹੋ ਜਾਂਦੇ ਸੀ, ਉਹਨਾਂ ਦੀ ਥਾਟ ਚੇਂਜ ਹੁੰਦੀ ਸੀ, ਮਾਈਂਡ ਸੈਟ ਚੇਂਜ ਹੋ ਜਾਂਦਾ ਸੀ। ਸੋ ਇਹ NGOs ਦਾ ਬਹੁਤ ਜ਼ਿਆਦਾ, ਔਰ NGOs ਨੇ ਬੜਾ ਹੀ ਪੋਜ਼ਿਟਿਵ ਰੋਲ ਪਲੇ ਕੀਤਾ ਔਰ ਕਾਫੀ ਹੱਦ ਤੱਕ ਵੈਕਸੀਨੇਸ਼ਨ ਦਿਵਾਉਣ ਦੇ ਵਿੱਚ, ਬਹੁਤ ਜ਼ਿਆਦਾ ਨੰਬਰ ਵਧਾਉਣ ਦੇ ਵਿੱਚ, ਮੈਕਸਿਮਮ ਲੋਕਾਂ ਨੂੰ ਮੋਟੀਵੇਟ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਅਹਿਮ ਰੋਲ ਰਿਹਾ। ਜੀ ਮੈਡਮ, ਤੁਹਾਡੇ ਕੋਲੋਂ ਕਿਉਂਕਿ ਹੈਲਥ ਕੇਅਰ ਡਿਪਾਰਟਮੈਂਟ ਨੇ ਇਹ ਕੰਮ ਸਾਰਾ ਕਰਨਾ ਹੀ ਸੀਗਾ, ਲੇਕਿਨ ਸਰਕਾਰ ਨੇ ਉਸ ਚੀਜ਼ ਨੂੰ ਰਿਕੋਗਨਾਈਜ਼ ਕੀਤਾ ਔਰ ਅੱਜ ਪ੍ਰਧਾਨ ਮੰਤਰੀ ਖੁਦ ਜਾ ਕੇ ਉਹਨਾਂ ਨੇ ਹੈਲਥ ਕੇਅਰ ਜਿਹੜਾ ਸਾਡਾ ਮਹਿਕਮਾ ਹੈਗਾ ਇਸ ਨੂੰ ਪੂਰੀ ਤਰ੍ਹਾਂ ਦੇ ਨਾਲ ਮੋਟੀਵੇਟ ਕੀਤਾ ਔਰ ਉਹਨਾਂ ਨੂੰ ਚੀਅਰ ਅਪ ਕੀਤਾ। ਸੋ ਇਸ ਚੀਜ਼ ਦੇ ਨਾਲ ਕਿੰਨੀ ਕੁ ਮੋਟੀਵੇਸ਼ਨ ਲੈਵਲ ਤੁਸੀਂ ਸੋਚਦੇ ਹੋ ਕਿ ਮਿਲਦਾ, ਔਰ ਬੀਇੰਗ ਡਾਕਟਰ ਤੁਸੀਂ ਕਿੱਦਾਂ ਅਸੈਸ ਕਰਦੇ ਹੋ? ਜੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਆਪਣੇ ਪ੍ਰਧਾਨ ਮੰਤਰੀ ਜੀ ਜਾਂ ਸਰਕਾਰ ਵੱਲੋਂ ਤੁਹਾਨੂੰ ਐਪਰੀਸੀਏਸ਼ਨ ਮਿਲਦੀ ਹੈ, ਕਿਉਂਕਿ ਇਹ ਸਾਡੇ ਆਪਣੇ ਦੇਸ਼ ਦੇ ਚੁਣੇ ਹੋਏ ਪ੍ਰਤੀਨਿਧੀ ਨੇ, ਜਨਤਾ ਦੇ ਉਮੀਦਵਾਰ ਨੇ। ਉਹਨਾਂ ਦਾ ਮਤਲਬ ਐਪਰੀਸੀਏਸ਼ਨ, ਮਤਲਬ ਸਾਨੂੰ ਪੂਰੀ ਭਾਰਤ ਦੀ ਜਨਤਾ ਤੋਂ ਐਪਰੀਸੀਏਸ਼ਨ ਮਿਲ ਰਹੀ ਹੈ। ਉਹ ਰੈਕੋਗਨਾਈਜ਼ ਕਰ ਰਹੇ ਨੇ ਵੀ ਅਸੀਂ ਕੀ ਕੰਮ ਕਰ ਰਹੇ ਹਾਂ ਤੇ ਉਹਨਾਂ ਦੇ ਹਿੱਤ ਵਾਸਤੇ ਉਹ ਕੰਮ ਕਰ ਰਹੇ ਹਾਂ। ਇਹ ਵਾਕਈ ਬਹੁਤ ਖੁਸ਼ੀ ਦੀ ਗੱਲ ਹੈ। ਅਸੀਂ ਅੰਦਰੋਂ ਬਹੁਤ ਮੋਟੀਵੇਟਿਡ ਫੀਲ ਕਰਦੇ ਹਾਂ ਤੇ ਹੋਰ ਕੰਮ ਕਰਨ ਨੂੰ ਜੀ ਕਰਦਾ ਹੈ। ਜੀ, ਸੋ ਕਿਤੇ ਨਾ ਕਿਤੇ ਮੋਟੀਵੇਸ਼ਨ ਜਿਹੜੀ ਹੈ ਬਹੁਤ ਇੰਪੋਰਟੈਂਟ ਹੁੰਦੀ ਹੈ ਤਾਂ ਕਿ ਅਸੀਂ ਹੋਰ ਜ਼ਿਆਦਾ ਦੇਸ਼ ਵਾਸਤੇ ਕੰਮ ਕਰ ਸਕੀਏ। ਸਰ, ਕਿਉਂਕਿ ਇਸ ਸਾਰੀ ਜਰਨੀ ਦੇ ਵਿੱਚ ਅਗਰ ਗੱਲ ਕਰੀਏ ਤਾਂ ਬਹੁਤ ਵਾਰੀ ਇਹੋ ਜਿਹਾ ਵੀ ਲੱਗਿਆ ਕਿ ਕੜੇ ਫੈਸਲੇ ਲੈਣ ਦੀ ਲੋੜ ਆ। ਸੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੜੇ ਫੈਸਲੇ ਵੀ ਲਏ ਤਾਂ ਕਿ ਅਸੀਂ ਕੋਵਿਡ ਦੇ ਨਾਲ ਲੜਾਈ ਲੜ ਸਕੀਏ। ਇਹ ਜਿਹੜੀ ਚੀਜ਼ ਸੀ, ਚੁਣੌਤੀ, ਇਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖੋ? ਇਸ ਗੱਲ ਦੀ ਬਹੁਤ ਐਪਰੀਸੀਏਸ਼ਨ ਕਰਨੀ ਪਏਗੀ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਨੇ ਵੈਕਸੀਨੇਸ਼ਨ ਬਾਰੇ ਬਹੁਤ ਜ਼ਿਆਦਾ ਡਿਸੀਜਨ ਲਏ। ਡਿਸੀਜਨ ਇਨ ਦਾ ਸੈਂਸ ਵੀ ਜਿਹੜੇ ਮੈਨੂਫੈਕਚਰਰਸ ਨੇ ਜਾਂ ਕੰਪਨੀਆਂ ਜਿਹੜੀਆਂ ਬਣਾਉਂਦੀਆਂ ਸੀਗੀਆਂ, ਉਹਨਾਂ ਨੂੰ ਡਾਇਰੈਕਸ਼ਨ ਦੇ ਦਿੱਤੀ ਕਿ ਇਹ ਸਰਕਾਰ ਦੇ ਪੁੱਛੇ ਬਿਨਾਂ ਤੁਸੀਂ ਇਹਨੂੰ ਐਕਸਪੋਰਟ ਨਹੀਂ ਕਰ ਸਕਦੇ। ਇਹ ਬੜਾ ਵੱਡਾ ਡਿਸੀਜਨ ਸੀ ਪ੍ਰਾਈਮ ਮਿਨਿਸਟਰ ਦਾ, ਔਰ ਇਹਦਾ ਬਹੁਤ ਫਾਇਦਾ ਇਹ ਹੋਇਆ ਕਿ ਇਹ ਕੰਪਨੀਆਂ, ਕਿਉਂਕਿ ਦੇਖੋ ਮੁਨਾਫਾ ਕਮਾਉਣ ਵਾਸਤੇ ਕੰਪਨੀਜ਼ ਡਿਮਾਂਡ ਬਹੁਤ ਸੀ, ਸਾਰੀ ਦੁਨੀਆ ਵਿੱਚ ਡਿਮਾਂਡ ਸੀ, ਤੇ ਇਹ ਸਰਕਾਰ ਦਾ ਫੈਸਲਾ ਕਰ ਲੈਣਾ ਕਿ ਸਰਕਾਰ ਦੇ ਥਰੂ ਹੀ ਐਕਸਪੋਰਟ ਹੋਏਗਾ। ਔਰ ਸਰਕਾਰ ਨੇ ਭੇਜਿਆ ਵੈਕਸੀਨ ਬਾਹਰ, ਪਰ ਪਹਿਲਾਂ ਆਪਣੀਆਂ ਲੋੜਾਂ ਪੂਰੀਆਂ ਕਰਕੇ, ਆਪਣੇ ਦੇਸ਼ ਦੀਆਂ ਲੋੜਾਂ ਪੂਰੀਆਂ ਕਰਕੇ। ਇਹਦੇ ਵਿੱਚ ਕ੍ਰਿਟਿਸਿਜ਼ਮ ਵੀ ਕਈ ਵਾਰੀ ਆਈ, ਪਰ ਫਿਰ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਬਹੁਤ ਹੀ ਅੱਛਾ ਕੰਮ ਕੀਤਾ ਹੈ ਔਰ ਬੜਾ ਸੁਲਝੇ ਹੋਏ ਤਰੀਕੇ ਨਾਲ ਕੀਤਾ ਹੈ ਕਿ ਜਿਹਦੇ ਨਾਲ ਸਾਡੇ ਦੇਸ਼ ਨੂੰ ਕੋਈ ਕਮੀ ਨਹੀਂ ਆਈ। ਔਰ ਉਹਦਾ ਹੀ ਨਤੀਜਾ ਹੈ ਕਿ ਅੱਜ ਅਸੀਂ 100 ਕਰੋੜ ਦੇ ਟੀਚੇ ਤੇ ਪਹੁੰਚ ਗਏ ਹਾਂ, ਔਰ ਇਹ ਬੜਾ ਨੇੜੇ ਹੈ ਜਦੋਂ ਅਸੀਂ ਆਲਮੋਸਟ 100% ਹੋ ਜਾਵਾਂਗੇ। 70-75% ਵੀ ਅਸੀਂ ਲੋਕ ਵੈਕਸੀਨੇਟ ਹੋ ਗਏ। ਜਿਸ ਤਰ੍ਹਾਂ ਹੁਣ ਦੀ ਜਿਹੜੀ 100 ਕਰੋੜ ਦੀ ਫਿਗਰ ਹੈ, ਇਸ ਤੋਂ ਇਹ ਪਤਾ ਲੱਗਦਾ ਹੈ ਕਿ 50% ਲੋਕਾਂ ਨੂੰ ਇੱਕ ਡੋਜ਼ ਜ਼ਰੂਰ ਮਿਲ ਚੁੱਕਾ ਹੈ ਔਰ ਤਕਰੀਬਨ 21% ਲੋਕਾਂ ਨੂੰ ਦੋਨੋਂ ਡੋਜ਼ ਮਿਲ ਚੁੱਕੇ ਨੇ। ਸੋ ਇਹ ਸਰਕਾਰ ਦੀ ਸੂਝਵਾਨ ਨੀਤੀਆਂ ਦਾ ਹੀ ਨਤੀਜਾ ਹੈ ਔਰ ਇੰਨੀ ਜ਼ਿਆਦਾ ਅੱਛੀ ਪਲੈਨਿੰਗ ਹੋਈ ਹੈ ਗਵਰਨਮੈਂਟ ਲੈਵਲ ਤੇ ਵੀ, ਔਰ ਉਹਨਾਂ ਨੇ ਸਾਰਿਆਂ ਨੂੰ, ਦੇਸ਼ ਨੂੰ ਇਨਵੋਲਵ ਕੀਤਾ, ਲੋਕਾਂ ਨੂੰ, ਜਿਹਦੇ ਕਰਕੇ ਅਸੀਂ ਅੱਜ ਕਾਮਯਾਬ ਹੋਏ ਹਾਂ। ਮੈਂ ਸਮਝਦਾ ਵਾਂ ਕਿ ਜੇ ਤੁਸੀਂ ਬਾਹਰਲੇ ਦੇਸ਼ਾਂ 'ਚ ਜੇ ਤੁਸੀਂ ਦੇਖੋ, ਜਿੱਥੇ ਪਾਪੂਲੇਸ਼ਨ ਬਹੁਤ ਘੱਟ ਹੈ, ਉੱਥੇ ਵੀ ਅਜੇ ਅਮਰੀਕਾ ਵਰਗੇ ਦੇਸ਼ 'ਚ ਵੀ ਇੰਨੀ ਵੈਕਸੀਨੇਸ਼ਨ ਨਹੀਂ ਹੋਈ ਜਿੰਨੀ ਕਿ ਸਾਡੇ
हिंदुस्तान ਵਿੱਚ ਹੋ ਚੁੱਕੀ ਹੈ, ਜਿੱਥੇ ਕਿ ਅਨਪੜ੍ਹਤਾ ਵੀ ਹੈ, ਲੋਕ ਬਹੁਤ ਡੈਂਸ ਏਰੀਆ 'ਚ ਰਹਿੰਦੇ ਨੇ, ਉਹਨਾਂ ਨੂੰ ਸਮਝਾਉਣਾ ਵੀ ਔਖਾ ਸੀ, ਬਟ ਫਿਰ ਵੀ ਸਾਡੇ ਸਰਕਾਰ ਨੇ ਔਰ ਸਮਾਜ ਨੇ ਮਿਲ ਕੇ ਇਹ ਟੀਚਾ ਅਚੀਵ ਕਰ ਲਿਆ 100 ਕਰੋੜ ਦਾ। ਇਹ ਸੂਝਵਾਨ ਕਿਤੇ ਬੀਇੰਗ ਗਲੋਬਲ ਲੀਡਰ ਦੇ ਤੌਰ ਦੇ ਉੱਤੇ ਵੀ ਆਪਣੇ ਆਪ ਨੂੰ ਪ੍ਰੈਜ਼ੈਂਟ ਕੀਤਾ ਔਰ ਪੂਰੀ ਦੁਨੀਆ ਨੂੰ ਵੈਕਸੀਨੇਟ ਕਰਨ ਵਿੱਚ ਜਿਹੜਾ ਸਹਿਯੋਗ ਕੀਤਾ। ਮੈਡਮ, ਕਿਉਂਕਿ ਇਹਦੇ ਵਿੱਚ ਆਮ ਜਨਤਾ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਹੋ ਜਾਂਦੀ, ਸ਼ਮੂਲੀਅਤ ਜਿਹੜੀ ਹੈ, ਜਦੋਂ ਤੱਕ ਲੋਕ ਵੋਲੰਟੀਅਰਲੀ ਅੱਗੇ ਨਹੀਂ ਆਣਗੇ ਤਾਂ ਕਈ ਵਾਰੀ ਉਹ ਚੀਜ਼ ਹਾਸਲ ਕਰਨੀ ਮੁਸ਼ਕਿਲ ਹੁੰਦੀ ਹੈ। ਸੋ ਲੋਕਾਂ ਦੀ ਭੂਮਿਕਾ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਜੀ, ਜਿਸ ਤਰ੍ਹਾਂ ਡਾਕਟਰ ਗਰੋਵਰ ਮੈਂਸ਼ਨ ਕਰ ਚੁੱਕੇ ਆ ਵੀ ਅਸੀਂ ਗਵਰਨਮੈਂਟ ਸੈਟਅਪ ਦੇ ਹੁੰਦੇ ਵੀ ਅਸੀਂ ਕੁਝ ਪ੍ਰਾਈਵੇਟ ਅਦਾਰਿਆਂ ਨਾਲ, NGOs ਦੇ ਨਾਲ ਜਿਹੜਾ ਤਾਲੁਕਾਤ ਕੀਤਾ ਹੈ। ਜਿਸ ਤਰ੍ਹਾਂ ਸਰ ਨੇ ਦੱਸਿਆ ਕਿ NGOs ਜਦੋਂ ਲੋਕਾਂ ਦੇ ਵਿੱਚੋਂ ਹੀ ਨਿਕਲਦੇ ਨੇ, ਜਿੰਨਾ ਮੈਸੇਜ ਉਹ ਉਹਨਾਂ ਦਾ ਚੰਗੀ ਤਰ੍ਹਾਂ ਰਿਸੈਪਟਿਵਲੀ ਲੈ ਸਕਦੇ ਨੇ, ਸ਼ਾਇਦ ਕਿਤੇ ਨਾ ਕਿਤੇ ਉਹ ਕਈ ਵਾਰੀ ਉਹਨਾਂ ਨੂੰ ਉਹ ਹੈਜ਼ੀਟੇਸ਼ਨ ਸਾਡੇ ਅਦਾਰੇ ਤੋਂ ਰਹਿ ਜਾਂਦੀ ਹੈ। ਬਟ ਇਹਦੇ ਵਿੱਚ ਇਸ ਤਰ੍ਹਾਂ ਸੀ ਕਿ ਦੁਨੀਆ ਮਤਲਬ ਸਾਰੇ ਲੋਕ ਇਕੱਠੇ ਹੋ ਕੇ ਅਸੀਂ ਇਹ ਟੀਚਾ ਪ੍ਰਾਪਤ ਕੀਤਾ ਹੈ ਵੀ ਹਰ ਬੰਦੇ ਨੇ ਇਹਦੇ 'ਚ ਹੈਲਪ ਕੀਤੀ ਹੈ। ਇਹਦੇ 'ਚ ਮੀਡੀਆ ਦੀ ਵੀ ਬਹੁਤ ਅਹਿਮ ਭੂਮਿਕਾ ਰਹੀ ਹੈ। ਜਿਹੜਾ ਮੈਸੇਜ ਅਸੀਂ ਦਿੱਤਾ ਹੈ, ਦੇਣਾ ਚਾਹੁੰਦੇ ਸੀ ਪੇਪਰਸ ਦੇ ਥਰੂ, ਤੁਹਾਡੇ ਥਰੂ, ਉਹ ਸਾਰਾ ਲੋਕਾਂ ਤੱਕ ਪਹੁੰਚਿਆ ਹੈ। ਬਾਰ-ਬਾਰ ਅਸੀਂ ਉਹ ਮੈਸੇਜ ਜਦੋਂ ਲੋਕਾਂ 'ਚ ਸਪਰੈਡ ਕੀਤਾ ਹੈ, ਉਹਨਾਂ ਨੂੰ ਦੱਸਿਆ ਹੈ ਵੀ ਇਹਦੇ ਸਾਈਡ, ਲੋਕਾਂ 'ਚ ਕੀ ਹੈਜ਼ੀਟੇਸ਼ਨ ਸੀ ਸਿਰਫ ਕਿ ਸਾਨੂੰ ਕੋਈ ਸਾਈਡ ਇਫੈਕਟ ਨਾ ਹੋ ਜੇ, ਸਾਨੂੰ ਇਹ ਟੀਕੇ ਦੇ ਨਾਲ ਬਿਮਾਰੀ ਨਾ ਦੁਬਾਰਾ ਲੱਗ ਜਾਵੇ। ਜਦੋਂ ਉਹਨਾਂ ਦੀਆਂ ਉਹ ਭ੍ਰਾਂਤੀਆਂ ਦੂਰ ਹੋ ਗਈਆਂ ਤੇ ਲੋਕੀ ਆਪ ਅੱਗੇ ਆਏ। ਜਦੋਂ ਅਸੀਂ 18+ ਦੀ ਵੈਕਸੀਨੇਸ਼ਨ ਸ਼ੁਰੂ ਕੀਤੀ ਸੀ, ਮੈਨੂੰ ਯਾਦ ਹੈ ਸਾਡੇ ਬਹੁਤ ਰਸ਼ ਹੁੰਦਾ ਸੀ, ਇੰਨੀਆਂ ਲਾਈਨਾਂ ਲੱਗੀਆਂ ਹੁੰਦੀਆਂ ਸੀਗੀਆਂ ਕਿ ਲੱਗਦਾ ਸੀ ਐਟ ਟਾਈਮਸ ਵੀ ਯੂਜ਼ ਟੂ ਫੀਲ ਸੌਰੀ, ਇੰਨੇ ਨਰਸਿੰਗ ਸਟੇਸ਼ਨ ਸਭ ਕੁਝ ਸ਼ੁਰੂ ਕਰਤਾ ਸੀ, ਬਟ ਸਟਿਲ ਲੋਕਾਂ ਨੂੰ ਬਹੁਤ ਵੇਟ ਕਰਨੀ ਪੈਂਦੀ ਸੀ। ਬਟ ਉਹਦਾ ਇੱਕ ਪੋਜ਼ਿਟਿਵ ਚੀਜ਼ ਇਹ ਸੀ ਕਿ ਉਹਨਾਂ 'ਚ ਇੱਕ ਉਤਸ਼ਾਹ ਸੀ। ਦੇ ਵਰ ਵੇਟਿੰਗ ਫॉर ਆਵਰਸ ਟੂਗੇਦਰ, ਮਤਲਬ ਕਾਫੀ ਘੰਟੇ ਵੇਟ ਕਰਨ ਤੋਂ ਬਾਅਦ ਉਹ ਵੈਕਸੀਨ ਲਗਵਾ ਕੇ ਜਾਂਦੇ ਸੀ। ਦੇ ਵਰ ਹੈਪੀ, ਗਵਰਨਮੈਂਟ ਉਹਨਾਂ ਨੂੰ ਫ੍ਰੀ ਵੈਕਸੀਨ ਦੇ ਰਹੀ ਹੈ ਤੇ ਉਹ ਵੇਟ ਕਰਨ ਨੂੰ ਵੀ ਤਿਆਰ ਸੀਗੇ। ਤਾਂ ਉਹ ਜਿਹੜਾ ਉਤਸ਼ਾਹ ਸੀ, ਜੇ ਉਹਨਾਂ ਵਿੱਚ ਜਨਤਾ ਵਿੱਚ ਨਹੀਂ ਹੁੰਦਾ ਤੇ ਉਹ ਇੰਨੇ ਘੰਟੇ ਸਾਡੇ ਅਦਾਰਿਆਂ 'ਚ ਕਿਉਂ ਵੇਟ ਕਰਦੇ? ਸੋ ਕਿਤੇ ਨਾ ਕਿਤੇ ਲੋਕਾਂ ਦਾ ਸਹਿਯੋਗ ਜਿਹੜਾ ਹੈ ਆਪਣੇ ਆਪ ਵਿੱਚ ਬਹੁਤ ਖਾਸ ਹੋ ਜਾਂਦਾ। ਸਰ, ਹੁਣ ਚੂੰਕਿ ਅਗਲਾ ਜਿਹੜੇ ਟਾਰਗੇਟ ਸਾਡੀ ਵੈਕਸੀਨੇਸ਼ਨ ਵਾਸਤੇ ਹੈ ਉਹ 12 ਤੋਂ 18 ਸਾਲ ਦੇ ਬੱਚਿਆਂ ਵਾਸਤੇ, ਕੀ ਉਹਨਾਂ ਵਾਸਤੇ ਵੀ ਕੋਈ ਵੈਕਸੀਨੇਸ਼ਨ ਦੀ ਤੁਹਾਡੀ ਨਿਊਜ਼ ਜਾਂ ਕੁਝ ਇਸ ਤਰ੍ਹਾਂ ਦਾ? ਦੇਖੋ, 12 ਤੋਂ 18 ਸਾਲ ਤੇ ਮੈਂ ਤੇ ਸੁਣਿਆ ਸ਼ਾਇਦ 2 ਤੋਂ 18 ਸਾਲ ਵੀ ਹੋ ਜਾਏ। ਇਹ 1-2 ਮਹੀਨਿਆਂ ਦੇ ਵਿੱਚ ਸਰਕਾਰ ਦਾ ਕੋਈ ਨਾ ਕੋਈ ਇਹਦੇ ਬਾਰੇ ਪਾਲਿਸੀ ਆ ਜਾਏਗੀ ਔਰ ਲੋੜ ਉਹਨਾਂ ਨੂੰ ਵੀ ਹੈਗੀ ਹੈ। ਜੇ 18 ਸਾਲ ਤੋਂ ਉੱਪਰ ਨੂੰ ਵੈਕਸੀਨੇਸ਼ਨ ਦੀ ਲੋੜ ਹੈ ਤੇ 12 ਤੋਂ 18 ਏਜ ਨੂੰ ਵੀ ਹੀ ਲੋੜ ਹੈ। ਪਰ ਕਿਉਂਕਿ ਇਸ ਏਜ ਗਰੁੱਪ ਦੇ ਵਿੱਚ ਇਹ ਬਿਮਾਰੀ ਬਹੁਤੀ ਨਹੀਂ ਹੁੰਦੀ ਸੀ ਜਾਂ ਹੁੰਦੀ ਤੇ ਬਹੁਤ ਹਲਕੀ ਹੁੰਦੀ ਸੀ, ਇਸ ਕਰਕੇ ਇਸ ਏਜ ਗਰੁੱਪ ਨੂੰ ਥੋੜ੍ਹਾ ਜਿਹਾ ਪਿੱਛੇ ਰੱਖਿਆ ਗਿਆ ਹੈ। ਪਰ ਮੇਰਾ ਖਿਆਲ ਹੈ ਕਿ ਹੁਣ ਜਿਸ ਤਰ੍ਹਾਂ ਅਡਲਟਸ ਸਾਰੇ ਆਲਮੋਸਟ ਵੈਕਸੀਨੇਟਡ ਹੋ ਜਾਣਗੇ ਤੇ ਵਿਦਿਨ 1 or 2 ਮੰਥਸ ਸਰਕਾਰ ਦੀ ਪਾਲਿਸੀ ਆ ਜਾਏਗੀ ਕਿ ਅਸੀਂ 2 ਤੋਂ 18 ਸਾਲ ਦੇ ਵਿੱਚ ਵੀ ਲਾ ਦਈਏ। ਉਸ ਤੋਂ ਪਹਿਲਾਂ ਸ਼ਾਇਦ 12 ਤੋਂ 18 ਸਾਲ ਦੀ ਪਾਲਿਸੀ ਪਹਿਲਾਂ ਆ ਜਾਵੇ ਔਰ ਆ ਜਾਣੀ ਚਾਹੀਦੀ ਹੈ। ਇਸ ਏਜ ਗਰੁੱਪ ਦੇ ਵਿੱਚ ਵੀ ਵੈਕਸੀਨੇਸ਼ਨ ਦੀ ਬਹੁਤ ਜ਼ਰੂਰਤ ਹੈ। ਜੀ ਮੈਡਮ, ਚੂੰਕਿ ਇਸ ਵੇਲੇ ਫੈਸਟਿਵ ਸੀਜ਼ਨ ਚੱਲਦਾ ਪਿਆ ਔਰ ਕਿਤੇ ਨਾ ਕਿਤੇ ਅਸੀਂ ਦੇਖਦੇ ਹਾਂ ਕਿ ਹੁਣ ਅਸੀਂ ਇਹਤਿਆਤ ਜਿਹੜੇ ਹੈ ਉਹ ਛੱਡ ਦਿੱਤੇ ਔਰ ਬਾਜ਼ਾਰਾਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਭੀੜ ਭੜੱਕਾ ਦੇਖਦੇ ਹਾਂ। ਸੋ ਕਿੰਨਾ ਕੁ ਘਾਤਕ ਹੋ ਸਕਦਾ ਹੈ ਜੇ ਇਸ ਸਟੇਜ ਉੱਤੇ ਅਸੀਂ ਇਹ ਲਾਪਰਵਾਹੀ ਵਰਤਦੇ ਹਾਂ? ਜੀ, ਘਾਤਕ ਤਾਂ ਹੈ, ਬਹੁਤ ਹੈ। ਸਾਰੀ ਦੁਨੀਆ ਵਿੱਚ ਹੀ 3rd ਵੇਵ ਆਈ ਹੋਈ ਹੈ ਨਾ, ਤੇ ਅਸੀਂ ਵੀ ਉਹਦੇ ਤੋਂ ਬਚ ਤੇ ਨਹੀਂ ਸਕਦੇ। ਜਦੋਂ ਸਾਡੇ 2nd ਵੇਵ ਆਣੀ ਸੀ ਉਦੋਂ ਵੀ ਸਭ ਨੂੰ ਇਹ ਲੱਗਦਾ ਸੀ ਕਿ ਨਹੀਂ, ਐਜ਼ ਬੀਇੰਗ ਇੰਡੀਅਨ ਸਾਡੀ ਇਮਿਊਨਿਟੀ ਬਹੁਤ ਵਧੀਆ, ਬਹੁਤ ਸਟਰੋਂਗ ਹੈ, ਸਾਡੇ ਤਾਂ ਇਹ ਵੇਵ ਆ ਹੀ ਨਹੀਂ ਸਕਦੀ। ਪਰ ਇਸ ਤਰ੍ਹਾਂ ਨਹੀਂ ਹੋਇਆ। ਜਦੋਂ ਸਾਡੇ 2nd ਵੇਵ ਆਈ, ਆਈ ਥਿੰਕ 1 ਮਹੀਨੇ 'ਚ ਉਹਨੇ ਤੜਫੱਲੋ ਮਚਾਤੀ ਐਂਡ ਸਾਰੀ ਮਤਲਬ ਹਿੰਦੁਸਤਾਨ 'ਚ ਹੀ ਹਾਹਾਕਾਰ ਮਚ ਗਿਆ। ਤੇ ਉਹਦੀ ਜ਼ਿੰਮੇਵਾਰੀ ਸਾਡੀ ਆਪਣੀ ਹੈ, ਸਰਕਾਰ ਦੀ ਨਹੀਂ ਹੈ। ਬਿਮਾਰੀ ਤੋਂ ਅਸੀਂ ਬਚਣਾ ਹੈ ਤੇ ਸਰਕਾਰ ਨੇ ਸਾਨੂੰ ਬਚਾਉਣਾ ਹੈ। ਸਹਿਯੋਗ ਅਸੀਂ ਦੇਵਾਂਗੇ ਤੇ ਸਰਕਾਰ ਬਚਾਏਗੀ। ਤੇ ਜ਼ਾਹਿਰ ਹੈ ਜੇ ਅਸੀਂ ਟੀਕੇ ਵੀ ਲਗਵਾ ਲਿਆ, ਅਸੀਂ ਕੋਵਿਡ ਐਪਰੋਪ੍ਰੀਏਟ ਬਿਹੇਵੀਅਰ ਨਹੀਂ ਭੁੱਲ ਸਕਦੇ। ਅਸੀਂ ਮਾਸਕ ਲਗਾਉਣਾ ਹੈ, ਹੱਥ ਉਸੇ ਤਰ੍ਹਾਂ ਹੀ ਧੋਣੇ ਹੈ, ਸੋਸ਼ਲ ਡਿਸਟੈਂਸ ਦੀ ਵੀ ਉਸੇ ਤਰ੍ਹਾਂ ਹੀ ਪਾਲਣਾ ਕਰਨੀ ਹੈ। ਬਿਕਾਜ਼ ਫੈਸਟਿਵ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਜੀ, ਸਾਲ ਭਰ ਅਸੀਂ ਇਹਨਾਂ ਦੀ ਵੇਟ ਕਰਦੇ ਹਾਂ, ਇਹ ਆਉਣ, ਇੱਕ ਖੁਸ਼ੀ ਦਾ ਮਾਹੌਲ ਹੁੰਦਾ ਸਾਰੇ ਪਾਸੇ ਐਂਡ ਸਾਰੇ ਉਹਦੇ 'ਚ ਪਾਰਟਿਸਿਪੇਟ ਵੀ ਕਰਨਾ ਚਾਹੁੰਦੇ ਹੈ, ਜਿਹੜਾ ਕਿ ਇੱਕ ਨੈਚੁਰਲ ਜੀ ਚੀਜ਼ ਹੈ। ਕਰੋ, ਸਭ ਕੁਝ ਕਰੋ, ਬਟ ਇੱਕ ਤਰੀਕਾ ਹੈ, ਆਪਣਾ ਫੇਸ ਢੱਕ ਲਓ, ਸੋਸ਼ਲ ਡਿਸਟੈਂਸ ਥੋੜਾ ਜਿਹਾ ਮੇਨਟੇਨ ਕਰ ਲਓ, ਆਪ ਵੀ ਬਿਮਾਰੀ ਤੋਂ ਬਚੋ ਤੇ ਦੂਜਿਆਂ ਨੂੰ ਵੀ ਬਚਾਓ। ਜੀ, ਸੋ ਬੜਾ ਅਹਿਮ ਹੈ ਕਿ ਸਾਨੂੰ ਖੁਦ ਵੀ ਬਚਣਾ ਔਰ ਦੂਸਰਿਆਂ ਨੂੰ ਵੀ ਬਚਾਉਣਾ ਹੈ। ਸਾਨੂੰ ਐਪਰੋਪ੍ਰੀਏਟ ਬਿਹੇਵੀਅਰ ਹੀ ਕਰਨਾ ਪਏਗਾ। ਸਰ, ਆਮ ਤੌਰ ਤੇ ਸਾਡੀ ਜਨਸੰਖਿਆ ਜਿਹੜੀ ਹੈ ਬਹੁਤ ਜ਼ਿਆਦਾ ਲੋਕ ਪੜ੍ਹੇ ਲਿਖੇ ਨਹੀਂ ਹੈ ਔਰ ਕਈ ਵਾਰੀ ਲੋਕ ਇਸ ਨੂੰ ਕੈਜੂਅਲੀ ਵੀ ਲੈਂਦੇ ਆ ਔਰ
ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ਬਹੁਤ ਅਹਿਮ ਹੋ ਜਾਂਦੀ, ਸੋ ਉਹਨਾਂ ਨੇ ਵੀ ਬੜੀ ਅਹਿਮ ਭੂਮਿਕਾ ਨਿਭਾਈ, ਸੋ ਕਿੱਦਾਂ ਦੇਖਦੇ ਹੋ ਤੁਸੀਂ? ਦੇਖੋ ਜਦੋਂ ਸ਼ੁਰੂ 'ਚ ਬਿਮਾਰੀ ਆਈ ਸੀ ਤੇ ਉਦੋਂ ਪੁਲਿਸ ਦੀ ਭੂਮਿਕਾ ਬਹੁਤ ਜ਼ਿਆਦਾ ਸੀ, ਜੀ। ਪਰ ਅੱਜ ਤੱਕ ਵੀ ਬਹੁਤ ਹੈਗੀ ਹੈ। ਬਿਕੋਜ਼ ਜਿਹੜੀਆਂ ਚੀਜ਼ਾਂ ਆਮ ਲੋਕ ਮੋਟੀਵੇਟ ਹੋ ਕੇ ਨਹੀਂ ਸਮਝਦੇ, ਸਮਝਾਉਣ ਨਾਲ ਨਹੀਂ ਸਮਝਦੇ, ਤਾਂ ਕਿਤੇ ਨਾ ਕਿਤੇ ਥੋੜਾ ਜਿਹਾ ਸਖਤ ਬਿਹੇਵੀਅਰ ਦੇ ਨਾਲ ਜਾਂ ਡੰਡੇ ਨਾਲ ਵੀ ਸਮਝਾਉਣਾ ਪੈਂਦਾ। ਉੱਥੇ ਪੁਲਿਸ ਦਾ ਰੋਲ ਬਹੁਤ ਹੈ। ਜੇ ਅਸੀਂ ਜਿੱਦਾਂ ਸੋਸ਼ਲ ਡਿਸਟੈਂਸਿੰਗ ਦੀ ਗੱਲ ਕਰਦੇ ਹਾਂ ਜਾਂ ਮਾਸਕ ਪਾਉਣ ਦੀ ਗੱਲ ਕਰਦੇ ਹਾਂ, ਜੇ ਸਾਡੀ ਪੁਲਿਸ ਵਾਲੇ ਜਾਂ ਉਹਨਾਂ ਦੇ ਜਿਹੜੇ ਆਫੀਸ਼ੀਅਲਸ ਹੈਗੇ ਨੇ ਇਸ ਗੱਲ ਨੂੰ ਲੋਕਾਂ ਤੱਕ ਸਮਝਾਉਣ, ਪਿਆਰ ਨਾਲ ਕਰਨ, ਕਿਉਂਕਿ ਜੋ ਵਰਦੀ ਦੀ ਗੱਲ ਹੈ ਨਾ, ਜੋ ਵਰਦੀ ਵਿੱਚ ਇੱਕ ਬੰਦਾ ਆਮ ਜਨਤਾ ਨੂੰ ਗੱਲ ਕਹਿੰਦਾ, ਉਹਨਾਂ ਨੂੰ ਜੋ ਛੇਤੀ ਸਮਝ ਆ ਜਾਂਦੀ ਹੈ। ਸੋ ਪੁਲਿਸ ਦਾ ਬੜਾ ਅਹਿਮ ਰੋਲ ਹੈ ਔਰ ਹੋਣਾ ਵੀ ਚਾਹੀਦਾ ਹੈ। ਹਾਲਾਂਕਿ ਜੇ ਤੁਸੀਂ ਅੱਜ ਕੱਲ੍ਹ ਜਿਸ ਤਰ੍ਹਾਂ ਫੈਸਟਿਵ ਸੀਜ਼ਨ ਦੇ ਬਾਜ਼ਾਰਾਂ 'ਚ ਦੇਖਦੇ ਹੋ, ਉਹਨਾਂ ਕੰਮ ਨਹੀਂ ਹੋ ਰਿਹਾ ਜੋ ਪੁਲਿਸ ਨੂੰ ਕਰਨਾ ਚਾਹੀਦਾ। ਸਗੋਂ ਪੁਲਿਸ ਨੂੰ ਇਸ ਗੱਲ 'ਤੇ ਲੋਕਾਂ ਦੇ ਵਿੱਚ, ਤੁਸੀਂ ਜਿਸ ਤਰ੍ਹਾਂ ਡਿਫਰੈਂਟ ਬਾਜ਼ਾਰਾਂ ਦੇ ਵਿੱਚ ਲਾ ਲਓ, ਕੋਈ ਇੱਕ ਅੱਧਾ ਅਨਾਊਂਸਮੈਂਟ ਸਟੇਸ਼ਨ ਹੀ ਬਣਾ ਦੇਣ, ਇੱਕ ਅੱਧਾ ਆਪ ਮਾਸਕ ਪਾ ਕੇ ਖੜੇ ਹੋਣ। ਜੇ ਪੁਲਿਸ ਵਾਲੇ ਨੇ ਆਪ ਹੀ ਨਹੀਂ ਮਾਸਕ ਪਾਇਆ ਤੇ ਉਹ ਲੋਕਾਂ ਨੂੰ ਕੀ ਕਹੇਗਾ? ਜੀ। ਸੋ ਇਹ ਰੋਲ ਬਹੁਤ ਜ਼ਿਆਦਾ ਹੈ, ਪਰ ਉਨਾ ਨਹੀਂ ਹੋ ਰਿਹਾ ਜਿੰਨਾ ਹੋਣਾ ਚਾਹੀਦਾ। ਜਦੋਂ ਕੋਵਿਡ ਬਹੁਤ ਜ਼ਿਆਦਾ ਸੀਗਾ, ਬਿਮਾਰੀ ਕਿਤੇ ਅਸੀਂ ਜਿਹੜੀ ਚੀਜ਼ ਹੈ ਇਸ ਨੂੰ ਥੋੜਾ ਜਿਹਾ ਪਿੱਛੇ ਹਟਦੇ ਜਾ ਰਹੇ ਹਾਂ ਕਿ ਅਸੀਂ ਐਪਰੋਪ੍ਰੀਏਟ ਬਿਹੇਵੀਅਰ ਐਡਮਿਨਿਸਟ੍ਰੇਸ਼ਨ। ਮੈਡਮ, ਕਿਉਂਕਿ ਸਮਾਂ ਬੜੀ ਤੇਜ਼ੀ ਨਾਲ ਜਾ ਰਿਹਾ ਔਰ ਮੈਂ ਤੁਹਾਡੇ ਕੋਲੋਂ ਚੱਲਦੇ ਕਿ ਕੀ ਉਪਰਾਲੇ ਸਰਕਾਰ ਹੋਰ ਕਰਨ ਜਾ ਰਹੀ ਹੈ ਤਾਂ ਕਿ ਇਸ ਵੈਕਸੀਨੇਸ਼ਨ ਮੂਵਮੈਂਟ ਨੂੰ ਅਸੀਂ ਹੋਰ ਤੇਜ਼ੀ ਦੇ ਨਾਲ ਅੱਗੇ ਲੈ ਕੇ ਜਾਈਏ ਆਉਣ ਵਾਲੇ ਸਮੇਂ 'ਚ? ਦੇਖੋ, ਸਾਡਾ ਜਿਸ ਤਰ੍ਹਾਂ ਅਸੀਂ ਹੁਣ ਹਿਮਾਚਲ ਦਾ ਹੀ ਜੇ ਦੇਖਿਆ ਜਾਵੇ ਤੇ ਹਿਮਾਚਲ 'ਚ ਬੜੇ ਟਫ ਟੈਰਨ ਹੁੰਦੇ ਆ, ਉੱਥੇ ਲੋਕਾਂ ਨੂੰ ਵੈਕਸੀਨੇਟ ਕਰਨਾ ਬੜਾ ਔਖਾ ਕੰਮ ਹੁੰਦਾ ਹੈ। ਬਟ ਸਰਪ੍ਰਾਈਜ਼ਿੰਗਲੀ ਹਿਮਾਚਲ ਗਵਰਨਮੈਂਟ ਦਾ, ਜਿੱਦਾਂ ਅਸੀਂ ਦੇਖ ਹੀ ਰਹੇ ਹਾਂ ਸਾਰੇ ਪਾਸੇ, ਸਭ ਤੋਂ ਪਹਿਲਾਂ ਉਹਨਾਂ ਨੇ ਟਾਰਗੇਟ ਪੂਰਾ ਕੀਤਾ ਹੈ। ਤੇ ਜ਼ਾਹਿਰ ਹੈ ਉਹਦੇ ਵਿੱਚ ਹਰ ਬੰਦੇ ਦਾ ਬਹੁਤ ਰੋਲ ਹੈ ਕਿ ਇੰਨੀਆਂ ਟਫ ਟੈਰਨ 'ਚੋਂ ਵੈਕਸੀਨੇਸ਼ਨ ਕੈਰੀਅਰ ਲੈ ਕੇ ਕਿੱਥੇ ਜਾ ਰਹੇ ਨੇ। ਔਰ ਇੱਕ ਮੋਟੀਵੇਸ਼ਨ ਹੈ ਗਵਰਨਮੈਂਟ ਵੱਲੋਂ, ਇੱਕ ਪੁਸ਼ ਹੈ ਗਵਰਨਮੈਂਟ ਸੈਟਅਪ ਵੱਲੋਂ ਵੀ ਨਹੀਂ, ਇਹ ਅਸੀਂ ਕਰਨਾ ਹੀ ਕਰਨਾ ਹੈ, ਚਾਹੇ ਕਿਸੇ ਤਰ੍ਹਾਂ ਜਿੰਨੀਆਂ ਮਰਜ਼ੀ ਮੁਸ਼ਕਿਲਾਂ ਆਉਣ। ਅਸੀਂ ਆਪਣੇ ਸੈਟਅਪ 'ਚ ਵੀ ਦੇਖਿਆ, ਬਾਰਿਸ਼ ਦੇ ਬਾਵਜੂਦ ਜੇ ਲੋਕ ਖੜੇ ਰਹਿੰਦੇ ਸੀ, ਉਹ ਇਸ ਲਈ ਖੜੇ ਰਹਿੰਦੇ ਸੀ ਕਿ ਅਸੀਂ ਵੈਲਕਮਿੰਗ ਉਹਨਾਂ ਨੂੰ ਲਗਾ ਰਹੇ ਸੀ। ਅਸੀਂ ਕਦੀ ਕਿਸੇ ਵੀ ਮੌਸਮ ਦੇ ਹਿਸਾਬ ਨਾਲ ਕੰਮ ਬੰਦ ਨਹੀਂ ਕੀਤਾ, ਨਾ ਸਾਨੂੰ ਸਰਕਾਰ ਨੇ ਕਰਨ ਦਿੱਤਾ। ਤੇ ਇਹ ਉਪਰਾਲੇ ਸਰਕਾਰ ਵੱਲੋਂ ਹੈ ਕਿ ਉਹਨਾਂ ਦਾ ਫੋਕਸ ਹੈ ਇਸ ਚੀਜ਼ 'ਤੇ ਵੀ ਅਸੀਂ ਇਹ ਕੰਮ ਕਰਨਾ ਹੈ ਤੇ ਇਹ ਜਿਹੜਾ ਮਿੱਥਿਆ ਟੀਚਾ ਪੂਰਾ ਕਰਨਾ ਹੈ। ਜਿਸ ਤਰ੍ਹਾਂ ਕਿ ਪਹਿਲੇ ਵੀ ਗੱਲ ਹੋਈ ਹੈ ਕਿ ਹੁਣ ਬੱਚਿਆਂ ਦੀ ਵੈਕਸੀਨੇਸ਼ਨ ਵੀ ਆ ਰਹੀ ਹੈ ਤੇ ਜ਼ਾਹਿਰ ਹੈ ਉਹਦੇ ਵਾਸਤੇ ਵੀ ਸਟ੍ਰੈਟਜੀ ਗਵਰਨਮੈਂਟ ਪਲਾਨ ਕਰ ਰਹੀ ਹੈ, ਪਲਾਨ ਫਾਰਮੂਲੇਟ ਹੋ ਰਹੇ ਨੇ ਕਿ ਮੈਕਸਿਮਮ ਕਵਰੇਜ ਅਸੀਂ ਬੱਚਿਆਂ ਦੀ ਕਿੰਨੇ ਕੁ ਸ਼ਾਰਟ ਟਾਈਮ 'ਚ ਤੇ ਕਿਸ ਤਰ੍ਹਾਂ ਕਰ ਸਕਦੇ ਹਾਂ, ਇਹ ਸਭ ਚੱਲ ਰਿਹਾ ਹੈ। ਸੋ ਕਿਤੇ ਨਾ ਕਿਤੇ ਦੂਰਗਾਮੀ ਪਲੈਨਿੰਗ ਜਿਹੜੀਆਂ ਉਹ ਬੜੀਆਂ ਜ਼ਰੂਰੀ ਹੈ, ਕਿਉਂਕਿ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਕਿ ਸਰਕਾਰ ਲਗਾਤਾਰ ਵਿਉਂਤਬੰਦੀ ਕਰ ਰਹੀ ਕਿ ਅਸੀਂ ਮੈਕਸਿਮਮ ਟਾਰਗੇਟ ਜਿਹੜਾ ਹੈ ਉਸ ਨੂੰ ਅਚੀਵ ਕਰਨਾ। ਸਰ, ਜਾਂਦੇ ਕਿਉਂਕਿ ਸਮਾਂ ਬਹੁਤ ਤੇਜ਼ੀ ਨਾਲ, ਕੀ ਮੈਸੇਜ ਸਾਡੇ ਦਰਸ਼ਕਾਂ ਨੂੰ ਤੁਸੀਂ ਦੇਣਾ ਚਾਹੋਗੇ ਤਾਂ ਕਿ ਅਸੀਂ ਅੱਜ ਦੀ ਜਿਹੜੀ ਇਸ ਅਚੀਵਮੈਂਟ ਨੂੰ ਸੈਲੀਬ੍ਰੇਟ ਕਰ ਸਕੀਏ? ਮੇਰਾ ਮੈਸੇਜ ਇਹ ਹੈ ਕਿ ਕਦੀ ਵੀ ਇਸ ਵੈਕਸੀਨੇਸ਼ਨ ਤੋਂ ਸੈਟਿਸਫਾਈ ਨਾ ਹੋਵੋ। ਅਜੇ ਭਾਵੇਂ ਅਸੀਂ 100 ਕਰੋੜ ਕਹਿ ਵੀ ਹੋ ਗਿਆ, ਬਟ ਬਹੁਤ ਲੋਕ ਰਹਿੰਦੇ ਨੇ ਔਰ ਅਸੀਂ ਇਸੇ ਹੀ ਸਪੀਡ ਨਾਲ ਸਾਨੂੰ ਵੈਕਸੀਨ ਲਗਾਉਣੀ ਚਾਹੀਦੀ ਹੈ। ਜਿਨ੍ਹਾਂ ਲੋਕਾਂ ਨੇ ਅਜੇ ਤੱਕ ਨਹੀਂ ਲਵਾਈ ਤੇ ਕੇਸਿਸ ਘਟ ਗਏ ਨੇ, ਤੇ ਇਹ ਨਾ ਸੋਚੋ ਵੀ ਇੰਨਾ ਹੁਣ ਟਾਈਮ ਲੰਘ ਗਿਆ, ਅਸੀਂ ਲਵਾਈ ਨਹੀਂ, ਸਾਨੂੰ ਤਾਂ ਕੁਝ ਹੋਇਆ ਨਹੀਂ। ਇਹ ਕਨਸੈਪਟ ਕਰ ਦੇਣਾ ਚਾਹੀਦਾ ਔਰ ਸਾਰੇ ਲੋਕਾਂ ਨੂੰ ਜਿਨ੍ਹਾਂ ਨੇ ਵੈਕਸੀਨ ਹੁਣ ਤੱਕ ਨਹੀਂ ਲੱਗੀ, ਉਹ ਆਪਣੇ ਆਪ ਵੋਲੰਟਰੀਲੀ ਆ ਕੇ ਲਵਾਉਣੀ ਚਾਹੀਦੀ ਹੈ। ਬਿਮਾਰੀ ਅਜੇ ਗਈ ਨਹੀਂ, ਬਿਲਕੁਲ ਇਸ ਤੋਂ ਅਵੇਕਲੇ ਨਾ ਹੋਵੋ। ਕਾਫੀ ਸਾਲ ਪਹਿਲਾਂ 60-70 ਸਾਲ ਪਹਿਲਾਂ ਮਲੇਰੀਆ ਐਰੈਡੀਕੇਸ਼ਨ ਪ੍ਰੋਗਰਾਮ ਹੋਇਆ ਸੀਗਾ, ਵੀ ਮਲੇਰੀਆ ਖਤਮ ਹੋ ਗਿਆ ਜੀ, ਖਤਮ ਹੋ ਗਿਆ ਔਰ ਵਾਕਈ ਬਹੁਤ ਲਿਮਟਿਡ ਕੇਸ ਸੀ। ਖਤਰਾ ਅਜੇ ਤੱਕ ਟਲਿਆ ਨਹੀਂ, ਸੋ ਮਲੇਰੀਆ ਫਿਰ ਆ ਗਿਆ। ਸੋ ਇਸ ਕਰਕੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸੋ ਬਹੁਤ ਮੈਂ ਸਾਰੇ ਦਰਸ਼ਕਾਂ ਦਾ ਆਹਵਾਨ ਕਰੂੰਗਾ ਦੂਰਦਰਸ਼ਨ ਵੱਲੋਂ ਕਿ ਸਾਨੂੰ ਐਪਰੋਪ੍ਰੀਏਟ ਬਿਹੇਵੀਅਰ ਜਿਹੜਾ ਕਰਨਾ ਹੋਏਗਾ ਤਾਂ ਕਿ ਅਸੀਂ ਆਉਣ ਵਾਲੇ ਟਾਈਮ 'ਚ ਕੋਵਿਡ ਮੁਕਤ ਹੋ ਸਕੀਏ ਔਰ ਜਿਹੜੀ ਇਹ ਸਾਡੀ ਸਰਕਾਰ ਦੀ ਐਫਰਟ ਉਹ ਕਾਮਯਾਬ ਹੋ ਸਕੇ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।